ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਹੁਣ ਵਿਦੇਸ਼ ਜਾਣ ਵਾਲੇ ਮੁਲਾਜ਼ਮਾਂ ਨੂੰ ਮਿਲੇਗਾ ਸਕਿਲਡ ਇੰਡੀਆ ਪਾਸਪੋਰਟ। ਵਿਸ਼ਵ ਦੇ ਵਿੱਚ ਅਦਾ ਕਰੇਗਾ ਭਰੋਸਗੀ ਸਰਟੀਫਿਕੇਟ ਦੀ ਭੂਮਿਕਾ। ਵੱਧ ਤੋਂ ਬੱਤਰ ਹੋਏ ਪੰਜਾਬ ਦੇ ਹਾਲਾਤ, ਵਧਿਆ ਵਿਦੇਸ਼ ਜਾਣ ਦਾ ਰੁਝਾਨ। ਆਸਟ੍ਰੇਲੀਆ 'ਚ ਹੁਣ ਬਿਨਾਂ ਵੀਜ਼ਾ ਦੇ ਕੰਮ ਕਰ ਸਕਣਗੇ ਭਾਰਤੀ, 8 ਸਾਲਾਂ ਦੀ ਮਿਲੀ ਛੋਟ। ਕੈਨੇਡਾ ਦਿਵਸ ਦੇ ਜਸ਼ਨ ਵਿੱਚ ਡੁੱਬੇ ਲੋਕ। ਕੈਨੇਡਾ ਸਰਕਾਰ ਵੱਲੋਂ ਸੂਚਨਾ ਟੈਕਨੋਲੋਜੀ ਦੇ ਕਾਮਿਆਂ ਦੀ ਘਾਟ ਪੂਰੀ ਕਰਨ ਦਾ ਯਤਨ। ਅਮਰੀਕਾ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ ਤੇ 28 ਹੋਰ ਜ਼ਖਮੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। यूरोप के कई देशों की तरह जर्मनी भी मनुखी लेबर के संकट के नाल जूझ रहा है। बेशक उसकी नज़र भी भारत की नौजवान लेबर ते है, पर लोड़ तां मंग दे बराबर हुनरमंद लेबर मिलना भी संकट भरिया है। भारतीय नौजवानों नूं होरनां देशां दे विच रोज़गार दिवाउण दे लई कोशिशां तां कई सालों तो चल रही ने, पर हुण इस दिशा दे विच होर कदम चुके जा रहे हैं। केंद्र सरकार पूरे देश दे विच 30 स्किल इंडिया इंटरनेशनल सेंटर खोलण जा रही है। इन्हां राहीं तमाम सेवावां चों सब तो अहम है पहली बार विदेश जाण वाले मुलाजमां लई स्किल्ड इंडिया पासपोर्ट की सहूलत शुरू की जा रही है, जो उन्हां दे हुनर सिखलाई का सर्टिफिकेट भी होएगा। केंद्र सरकार ने इस बार आम बजट दे विच प्रधानमंत्री हुनर विकास योजना के चौथे पड़ाव नूं नवे सुधारां दे नाल शुरू करन दा ऐलान कीता सी। किहा सीगा कि पूरे देश विच सेंटर विदेशां 'च रोजगार दीआं संभावनावां वधाउण, नौजवानां नूं उन्हां दे बराबर सिੱਖਿਅਤ करन दे नाल भी बराबर दी भूमिका निभाउणगे। इस तो बाद ही हुनर विकास ते उद्यमशीलता मंत्राला इन्हां सेंटरां दी रूपरेखा उलीकण 'च लगा होया सी। मंत्राला दे सूत्रां ने दस्सिया कि सेंटर खोलण दी तैयारी पूरी कर लई गई है। इन्हां दी स्थापना दे 24 नैशनल स्किल ट्रेनिंग इंस्टीट्यूट ते 6 स्किल डिवेलपमेंट इंस्टीट्यूट चुने गए ने। इस तरह गिनती 30 हुंदी है, पर इस सहूलतां 31 केंद्रां तो मिलणगीआं, क्योंकि वाराणसी स्थित ITI करौंदी च स्किल्ड इंडिया इंटरनेशनल सेंटर की स्थापना हो चुकी है। ਬੱਚਿਆਂ ਦੀ ਵਿਦੇਸ਼ਾਂ ਨੂੰ ਦੌੜ ਲੱਗੀ ਹੋਈ ਹੈ। ਹਾਲਤ ਇਹ ਨੇ ਕਿ ਪਿੰਡਾਂ, ਸ਼ਹਿਰਾਂ, ਗਲੀਆਂ ਤੇ ਮੁਹੱਲਿਆਂ 'ਚ ਹਰ ਤੀਜੇ ਘਰ ਦੇ ਬੱਚੇ ਵਿਦੇਸ਼ਾਂ 'ਚ ਨੇ ਤੇ ਘਰ 'ਚ ਕੇਵਲ ਵਿਰਦੇ ਨਜ਼ਰ ਆਉਂਦੇ ਨੇ। ਹਾਲਤ ਇਹ ਹੋ ਗਏ ਨੇ ਕਿ ਗਰੀਬ ਜਾਂ ਮੱਧ ਵਰਗ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ। ਅਜਿਹਾ ਕਰਨ ਵਾਸਤੇ ਉਹ ਆਪਣੀ ਜ਼ਮੀਨ ਜਾਇਦਾਦ ਵੇਚ ਕੇ, ਗਹਿਣੇ ਰੱਖ ਕੇ ਤੇ ਵਿੱਤੋਂ ਬਾਹਰ ਜਾ ਕੇ ਵੀ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਮਜਬੂਰ ਹੋ ਰਹੇ ਨੇ। ਜੋ ਪੰਜਾਬ 'ਚ ਰਹਿ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹਨ, ਉਹੀ ਬੱਚੇ ਵਿਦੇਸ਼ਾਂ 'ਚ ਜਾ ਕੇ ਬੁਰੇ ਹਾਲਾਤਾਂ 'ਚ ਰਹਿੰਦੇ ਨੇ, ਮਾੜੇ ਤੋਂ ਮਾੜਾ ਕੰਮ ਕਰਨ ਦੇ ਲਈ ਵੀ ਤਿਆਰ ਹੋ ਜਾਂਦੇ ਨੇ। ਵਿਦੇਸ਼ਾਂ ਨੂੰ ਜਾਣ ਦੀ ਇਹ ਦੌੜ ਬਿਨਾਂ ਕਾਰਨ ਨਹੀਂ, ਸਗੋਂ ਲੱਗੀ ਹੋਈ ਹੈ। ਇਸ ਪਿੱਛੇ ਕੋਈ ਗੰਭੀਰ ਕਾਰਨ ਵੀ ਨੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਭਾਵ ਕਿ ਪਿੰਡਾਂ 'ਚ ਖੇਤੀ ਹੀ ਰੁਜ਼ਗਾਰ ਦਾ ਮੁੱਖ ਸਾਧਨ ਹੈ, ਪਰ ਅਜੋਕੇ ਖੇਤੀ ਧੰਦਿਆਂ ਦੇ ਵਿੱਚ ਅਨੇਕਾਂ ਸਮੱਸਿਆਵਾਂ ਦਾ ਹੱਲ ਜਿਹੜਾ ਹੈ ਨਹੀਂ ਲੱਭ ਰਿਹਾ। ਸ਼ਾਇਦ ਅਲਪ ਰੁਜ਼ਗਾਰ, ਖੇਤੀ ਦੇ ਕੰਮ ਦਾ ਮੌਸਮੀ ਸੁਭਾਅ, ਸਹਿਯੋਗੀ ਧੰਦਿਆਂ ਦੀ ਘਾਟ, ਖੇਤੀ ਉਪਜਾਂ ਦਾ ਦੇਸ਼ਪੂਰਨ ਮੰਡੀਕਰਨ, ਖੇਤੀ ਉਪਜਾਂ ਦੀ ਦੂਜੇ ਸੂਬਿਆਂ ਤੇ ਵਿਦੇਸ਼ਾਂ 'ਚ ਘੱਟ ਮੰਗ ਤੇ ਖੇਤੀ ਸੰਬੰਧੀ ਸਨਅਤਾਂ ਦੀ ਘਾਟ ਅਜਿਹੇ ਕੁਝ ਕਾਰਨ ਵੀ ਹੋ ਸਕਦੇ ਨੇ, ਜਿਨ੍ਹਾਂ ਸਦਕਾ ਕਿਸਾਨਾਂ ਦੀ ਆਮਦਨ 'ਚ ਖੜੌਤ ਆਈ ਹੈ ਤੇ ਕਿਸਾਨੀ ਨਾਲ ਸੰਬੰਧਿਤ ਬੱਚੇ ਵਿਦੇਸ਼ 'ਚ ਜਾਣ ਦੇ ਲਈ ਮਜਬੂਰ ਹੋਏ ਨੇ। ਹਾਲਾਂਕਿ ਇਹ ਚੀਜ਼ਾਂ ਦਾ ਸਾਹਮਣਾ ਪਹਿਲਾਂ ਵੀ ਕਿਸਾਨਾਂ ਨੂੰ ਕਰਨਾ ਪੈਂਦਾ ਸੀ, ਪਰ ਹੁਣ ਵਿਦੇਸ਼ ਜਾਣ ਦੀ ਚਾਹਤ ਇੰਨੀ ਵੱਧ ਚੁੱਕੀ ਹੈ ਜਾਂ ਫਿਰ ਵਿਦੇਸ਼ ਜਾਣ ਦੇ ਰਾਹ ਇੰਨੇ ਸੁਖਾਲੇ ਹੋ ਗਏ ਨੇ ਕਿ ਲੋਕ ਫਟਾਫਟ ਬਾਹਰ ਜਾਣਾ ਚਾਹੁੰਦੇ ਨੇ। ਇੱਥੇ ਵੀ ਜ਼ਿਕਰਯੋਗ ਹੈ ਕਿ ਜਿਹੜੇ ਲੋਕ ਕਿਸਾਨੀ ਨਹੀਂ ਕਰਦੇ, ਜਿਹੜੇ ਚੰਗੇ ਅਹੁਦਿਆਂ ਤੇ ਲੱਗੇ ਹੋਏ ਨੇ, ਜਿਨ੍ਹਾਂ ਦੀ ਮਹੀਨੇ ਦੀ ਤਨਖਾਹ 1-1 ਲੱਖ ਦੇ ਕਰੀਬ ਹੈ, ਉਹ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਨੇ। ਆਸਟ੍ਰੇਲੀਆ ਨੇ ਅਪ੍ਰੈਲ ਵਿੱਚ ਐਲਾਨੇ ਵੀਜ਼ਾ ਨਿਯਮਾਂ 'ਚ ਬਦਲਾਅ ਨੂੰ 1 ਜੁਲਾਈ ਤੋਂ ਲਾਗੂ ਕਰ ਦਿੱਤਾ। ਇਹਨਾਂ ਨਿਯਮਾਂ ਦੇ ਵਿੱਚ ਮਈ 'ਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਏ ਦੁਬੱਲੇ ਸਮਝੌਤੇ ਨੂੰ ਵੀ ਧਿਆਨ 'ਚ ਰੱਖਿਆ ਗਿਆ। ਇਸ ਤਹਿਤ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੈਂਟਡ ਅਰਲੀ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਭਾਰਤੀ ਵਿਦਿਆਰਥੀਆਂ ਨੂੰ 8 ਸਾਲ ਤੱਕ ਆਸਟ੍ਰੇਲੀਆ ਵਿੱਚ ਬਿਨਾਂ ਵੀਜ਼ਾ ਦੇ ਕੰਮ ਕਰਨ ਦਾ ਵਿਕਲਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਵਿਦਿਆਰਥੀ ਵੀਜ਼ਾ ਸਪਾਂਸਰ ਤੋਂ ਬਿਨਾਂ ਵੀ ਆਸਟ੍ਰੇਲੀਆ ਵਿੱਚ 2 ਸਾਲ ਬਿਤਾ ਸਕਣਗੇ। ਇਸ ਨਿਯਮ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਗੰਭੀਰ ਬਣਾਉਣਾ ਹੈ। METS मूल रूप ਦੇ ਵਿੱਚ ਇੱਕ ਅਸਥਾਈ ਵੀਜ਼ਾ ਪ੍ਰੋਗਰਾਮ ਹੈ ਜੋ ਕਿ ਇੰਜੀਨੀਅਰਿੰਗ, ਮਾਈਨਿੰਗ, ਵਿੱਤੀ ਟੈਕਨੋਲੋਜੀ, ਨਕਲੀ ਬੁੱਧੀ, ਸੂਚਨਾ ਅਤੇ ਸੰਚਾਰ ਟੈਕਨੋਲੋਜੀ,
ਖੇਤੀਬਾੜੀ ਟੈਕਨੋਲੋਜੀ, ਨਵਿਆਉਣਯੋਗ ਊਰਜਾ ਵਰਗੇ ਖੇਤਰਾਂ 'ਚ ਗ੍ਰੈਜੂਏਟਸ ਨੂੰ ਆਸਟ੍ਰੇਲੀਆ 'ਚ ਕੰਮ ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ। ਕੈਨੇਡਾ ਵਿੱਚ 156ਵੇਂ ਕੈਨੇਡਾ ਦਿਵਸ ਦੇ ਜਸ਼ਨ ਦੇਸ਼ ਭਰ ਵਿੱਚ ਮਨਾਏ ਗਏ। ਇਸ ਦੌਰਾਨ ਰਾਸ਼ਟਰੀ, ਸੂਬਾਈ ਅਤੇ ਮਿਊਨਿਸਪਲ ਪੱਧਰ ਦੇ ਸਮਾਗਮ ਹੋਏ। ਰਾਜਧਾਨੀ ਓਟਾਵਾ ਵਿਖੇ ਸੰਸਦ ਦੇ ਬਾਹਰ ਕਰਵਾਏ ਸਰਕਾਰੀ ਪੱਧਰ ਦੇ ਸਾਲਾਨਾ ਸਮਾਗਮ ਦੇ ਵਿੱਚ ਗਵਰਨਰ ਜਨਰਲ ਮੈਰੀ ਸਾਈਮਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਦੀ ਕੈਬਨਿਟ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਗਵਰਨਰ ਜਨਰਲ ਸਾਈਮਨ ਨੇ ਆਦੀਵਾਸੀ ਭਾਈਚਾਰਿਆਂ ਦੀ ਸਿਫਤ ਕੀਤੀ ਅਤੇ ਕਿਹਾ ਕਿ ਸਾਨੂੰ ਕੈਨੇਡਾ 'ਚ ਰਹਿੰਦੇ ਹੋਏ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਇੱਕ ਦੂਜੇ ਤੋਂ ਅਤੇ ਇੱਕ ਦੂਜੇ ਦੇ ਬਾਰੇ ਵਿੱਚ ਜਾਣਨ ਦੀ ਲੋੜ ਹੈ ਤਾਂ ਕਿ ਸਮਝ ਬੂਝ ਨਾਲ ਅਸੀਂ ਅੱਗੇ ਵਧ ਸਕੀਏ। ਪ੍ਰਧਾਨ ਮੰਤਰੀ ਟਰੂਡੋ ਨੇ ਬੀਤੇ ਮਹੀਨੇ ਦੇਸ਼ ਦੀ ਆਬਾਦੀ 4 ਕਰੋੜ ਹੋ ਜਾਣ ਦੀ ਖੁਸ਼ੀ ਪ੍ਰਗਟ ਕਰਦਿਆਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਸਾਡੀ ਵਿਭਿੰਨਤਾ ਹੀ ਸਾਡੀ ਸ਼ਕਤੀ ਹੈ। ਉਹਨਾਂ ਨੇ ਆਖਿਆ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਕੈਨੇਡਾ ਵਿੱਚ ਆ ਕੇ ਸਥਾਪਿਤ ਹੋਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਜਿਹੜੇ ਨੇ ਉਹ ਜਾਰੀ ਰੱਖੇ ਜਾਣਗੇ। ਉਹਨਾਂ ਨੇ ਵਾਤਾਵਰਣ ਦੇ ਵਿੱਚ ਬਦਲਾਅ ਅਤੇ ਯੂਕਰੇਨ ਰੂਸ ਜੰਗ ਤੋਂ ਯੂਰਪ ਵਿੱਚ ਬਣੇ ਹੋਏ ਹਾਲਾਤਾਂ ਬਾਰੇ ਆਖਿਆ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਇਹਨਾਂ ਸਮੱਸਿਆਵਾਂ ਦੇ ਵਿੱਚ ਜੇਤੂ ਬਣ ਕੇ ਨਿਕਲਾਂਗੇ ਅਤੇ ਕੈਨੇਡਾ ਦੀਆਂ ਕਦਰਾਂ ਕੀਮਤਾਂ ਉੱਪਰ ਪਹਿਰਾ ਦਿੰਦੇ ਰਹਾਂਗੇ। ਟਰੂਡੋ ਨੇ ਦੇਸ਼ ਦੀਆਂ ਫੌਜਾਂ ਦਾ ਧੰਨਵਾਦ ਕੀਤਾ ਤੇ ਇਹ ਵੀ ਆਖਿਆ ਕਿ ਵਿਸ਼ਾਲ ਭੂਗੋਲਿਕ ਸਥਿਤੀ ਅਤੇ ਦੇਸ਼ ਦੀ ਜ਼ਮੀਨ ਵਿੱਚ ਕੁਦਰਤੀ ਸਾਧਨਾਂ ਦੇ ਭੰਡਾਰ ਸਾਡੇ ਲਈ ਲਾਹੇਵੰਦ ਨੇ। ਇਸ ਮੌਕੇ ਹੋਏ ਵਿਸ਼ੇਸ਼ ਸਹੁੰ ਚੁੱਕ ਸਮਾਗਮ ਦੇ ਦੌਰਾਨ ਸ਼ਰਤਾਂ ਪੂਰੀਆਂ ਕਰਨ ਵਾਲੇ 1000 ਦੇ ਕਰੀਬ ਵਿਦੇਸ਼ੀਆਂ ਨੂੰ ਕੈਨੇਡਾ ਦੇ ਨਾਗਰਿਕ ਵੀ ਬਣਾਇਆ ਗਿਆ। ਜਗ੍ਹਾ ਜਗ੍ਹਾ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰੇਕ ਉਮਰ ਵਰਗ ਦੇ ਲੋਕਾਂ ਨੇ ਚਾਵਾਂ ਅਤੇ ਖੁਸ਼ੀਆਂ ਨਾਲ ਕੈਨੇਡਾ ਦੇ ਝੰਡੇ ਅਤੇ ਪਹਿਰਾਵੇ ਪਹਿਨ ਕੇ ਕੈਨੇਡਾ ਦਿਵਸ ਦੇ ਸਮਾਗਮਾਂ ਦੇ ਵਿੱਚ ਹਿੱਸਾ ਲਿਆ। ਦਿਨ ਭਰ ਅਤੇ ਦੇਰ ਰਾਤ ਤੱਕ ਹੈਲੀਫੈਕਸ ਤੋਂ ਕਿਊਬੈਕ ਸਿਟੀ, ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਵਿੰਸਟਰ, ਹੈਮਿਲਟਨ, ਵਿਨੀਪੈਗ ਅਤੇ ਹੋਰ ਕਈ ਜਗ੍ਹਾ ਸਮਾਗਮ ਵੇਖੇ ਗਏ। ਕੈਨੇਡਾ ਵਿੱਚ ਸੂਚਨਾ ਟੈਕਨੋਲੋਜੀ ਦੇ ਮਾਹਿਰਾਂ ਦੀ ਘਾਟ ਪੂਰੀ ਕਰਨ ਦੇ ਲਈ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਆਖਿਆ ਕਿ ਅਮਰੀਕਾ ਦੇ H1B ਵੀਜ਼ਾ ਧਾਰਕਾਂ ਨੂੰ ਕੈਨੇਡਾ ਦਾ 3 ਸਾਲ ਤੱਕ ਦਾ ਵਰਕ ਪਰਮਿਟ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। 16 ਜੁਲਾਈ ਤੋਂ ਤਕਨੀਕ ਪ੍ਰਤਿਭਾ ਰਣਨੀਤੀ ਤਹਿਤ ਨਵਾਂ ਓਪਨ ਵਰਕ ਪਰਮਿਟ ਅਪਲਾਈ ਕਰਨਾ ਸੰਭਵ ਹੋਏਗਾ। ਇਸੇ ਨੀਤੀ ਤਹਿਤ H1B ਵੀਜ਼ਾ ਧਾਰਕ ਆਪਣੇ ਬੱਚਿਆਂ ਅਤੇ ਪਤੀ ਪਤਨੀ ਨੂੰ ਕੈਨੇਡਾ ਨਾਲ ਲਿਜਾ ਸਕਣਗੇ। ਹਾਲੀ ਘੜੀ 'ਚ ਇਹ ਨੀਤੀ ਅਰਜੀ ਤੌਰ ਤੇ 1 ਸਾਲ ਵਾਸਤੇ ਹੈ ਅਤੇ ਵੱਧ ਤੋਂ ਵੱਧ 10,000 ਵਰਕ ਪਰਮਿਟ ਦਿੱਤੇ ਜਾਣੇ ਨੇ। ਘੱਟ ਪੜ੍ਹ ਕੇ ਕੈਨੇਡਾ ਵੱਲ ਮੁਹਾਨ ਕਰਨ ਦੀ ਬਜਾਏ ਆਪਣੇ ਦੇਸ਼ਾਂ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਕੇ ਕਿਸੇ ਕਿੱਤੇ ਦੀ ਮੁਹਾਰਤ ਲੈਣ ਵਾਲੇ ਲੋਕ ਬੜੀ ਆਸਾਨੀ ਨਾਲ ਪੱਕੇ ਤੌਰ ਤੇ ਕੈਨੇਡਾ ਪੁੱਜ ਰਹੇ ਨੇ ਅਤੇ ਉਹਨਾਂ ਵਾਸਤੇ ਸਥਾਪਿਤੀ ਦੇ ਮੌਕੇ ਵੀ ਬਹੁਤ ਵੱਧ ਨੇ। ਮਾਹਿਰਾਂ ਨੂੰ ਮੌਕੇ ਦੇਣ ਤਹਿਤ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚੋਂ ਬੀਤੇ ਕੱਲ ਨਵਾਂ ਡਰਾਅ ਕੱਢਿਆ ਗਿਆ, ਜਿਸ ਨਾਲ 4300 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ। ਇਸ ਡਰਾਅ ਦੇ ਵਿੱਚ 486 ਜਾਂ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਮੌਕਾ ਮਿਲਿਆ। ਸਿਹਤ ਦੀ ਦੇਖਭਾਲ ਦੇ ਕਿੱਤਿਆਂ, ਸਾਇੰਸ, ਤਕਨੀਕ, ਲੱਕੜ ਦੇ ਕਿੱਤੇ, ਪਲੰਬਰ, ਡਰਾਈਵਰ, ਖੁਰਾਕ ਅਤੇ ਖੇਤੀਬਾੜੀ ਕੁਝ ਅਜਿਹੇ ਖੇਤਰ ਨੇ ਜਿਨ੍ਹਾਂ ਵਿੱਚ ਕੈਨੇਡਾ ਭਰ 'ਚ ਕਾਮਿਆਂ ਦੀ ਸਾਰਾ ਸਾਲ ਲੋੜ ਬਣੀ ਰਹਿੰਦੀ ਹੈ। ਇੱਕ ਵੱਖਰੀ ਖਬਰ ਦੇ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਰਕ ਪਰਮਿਟ ਧਾਰਕਾਂ ਤੋਂ ਦੇਸ਼ ਵਿੱਚ ਪੜ੍ਹਾਈ ਕਰਨ ਦੀ ਹੱਦ ਸ਼ਰਤ ਹਟਾ ਲਈ ਹੈ। ਹੁਣ ਤੱਕ ਵਿਦੇਸ਼ੀ ਕਾਮਿਆਂ ਨੂੰ ਸਟੱਡੀ ਪਰਮਿਟ ਲਏ ਬਿਨਾਂ ਵੱਧ ਤੋਂ ਵੱਧ 6 ਮਹੀਨੇ ਪੜ੍ਹਨ ਦੇ ਖੁੱਲ੍ਹ ਸੀ, ਪਰ ਹੁਣ ਪੜ੍ਹਾਈ ਕਰਨ ਲਈ ਸਟੱਡੀ ਪਰਮਿਟ ਲੈਣਾ ਜ਼ਰੂਰੀ ਨਹੀਂ ਰਿਹਾ ਅਤੇ ਵਰਕ ਪਰਮਿਟ ਦੀ ਤਾਰੀਖ ਖਤਮ ਹੋਣ ਤੱਕ ਪੜ੍ਹਨਾ ਤੇ ਆਪਣੀ ਯੋਗਤਾ 'ਚ ਵਾਧਾ ਕਰਨਾ ਸੰਭਵ ਹੋ ਗਿਆ ਹੈ। ਆਪਣੀ ਯੋਗਤਾ ਵਿੱਚ ਵਾਧਾ ਕਰਨ ਨਾਲ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਰਾਹ ਖੁੱਲ੍ਹਦੇ ਨੇ। ਅਮਰੀਕਾ ਤੋਂ ਸਮੂਹਿਕ ਗੋਲੀਬਾਰੀ ਦੀ ਖਬਰ ਹੈ। ਸਮੂਹਿਕ ਗੋਲੀਬਾਰੀ ਦੀ ਘਟਨਾ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। CNN ਨੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 9 ਲੋਕਾਂ ਨੂੰ ਇਲਾਜ ਦੇ ਲਈ ਇਲਾਕੇ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਜ਼ਖਮੀਆਂ ਦੇ ਵਿੱਚੋਂ 3 ਦੀ ਹਾਲਤ ਗੰਭੀਰ ਹੈ। ਲੋਕਾਂ ਨੂੰ ਸਥਾਨਕ ਸਮੇਂ ਦੇ ਅਨੁਸਾਰ 12:30 ਵਜੇ ਤੋਂ ਬਾਅਦ ਕਈ ਕਾਲਸ ਆਈਆਂ ਅਤੇ ਉਹ ਮੌਕੇ ਤੇ ਪਹੁੰਚੇ ਨੇ। ਨਾਲ ਦੇ ਨਾਲ CNN ਦੇ ਅਨੁਸਾਰ ਬਾਲਟਿਮੋਰ ਪੁਲਿਸ ਨੇ ਕਾਰਜਕਾਰੀ ਕਮਿਸ਼ਨਰ ਰਿਚਰਡ ਨੇ ਕਿਹਾ ਹੈ ਕਿ ਪੁਲਿਸ ਨੇ ਇੱਕ ਔਰਤ ਨੂੰ ਮ੍ਰਿਤਕ ਅਤੇ 9 ਲੋਕਾਂ ਨੂੰ ਗੋਲੀ ਲੱਗਣ ਦੇ ਨਾਲ ਜ਼ਖਮੀ ਪਾਇਆ। ਬਾਲਟਿਮੋਰ ਦੇ ਮੇਅਰ ਨੇ ਇਸ ਘਟਨਾ ਨੂੰ ਲਾਪਰਵਾਹੀ ਅਤੇ ਕਾਇਰਤਾ ਭਰੀ ਕਾਰਵਾਈ ਕਿਹਾ। ਗੋਲੀਬਾਰੀ ਦੀ ਘਟਨਾ ਗ੍ਰੈਟਨਾ ਐਵਨਿਊ ਦੇ ਬਲਾਕ 800 ਦੇ ਵਿੱਚ ਵਾਪਰੀ।
ਸੰਯੁਕਤ ਰਾਜ ਦੇ ਭੂ ਵਿਗਿਆਨਕ ਸਰਵੇਖਣ ਨੇ ਕਿਹਾ ਕਿ ਐਤਵਾਰ ਨੂੰ ਟੋਂਗਾ ਦੇ ਨਿਆਫੂ ਖੇਤਰ ਦੇ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਕਿਹਾ ਕਿ ਅਮਰੀਕਾ ਦੇ ਪੱਛਮੀ ਤੱਟ, ਬ੍ਰਿਟਿਸ਼ ਕੋਲੰਬੀਆ ਤੇ ਅਲਾਸਕਾ ਨੂੰ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। USGS ਨੇ ਕਿਹਾ ਕਿ ਭੂਚਾਲ 247 ਕਿਲੋਮੀਟਰ ਦੀ ਡੂੰਘਾਈ ਤੇ ਸੀ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ ਦਾ ਜਿਹੜਾ ਸਮਾਂ ਸੀਗਾ ਜਾਂ ਉਸਦੇ ਜਿਹੜੇ ਝਟਕੇ ਨੇ ਉਹ ਕਾਫੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਟੋਂਗਾ ਦੇ ਲਗਭਗ 280 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ 167.4 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਅਮਰੀਕਾ ਦੇ ਕੋਲੋਰਾਡੋ 'ਚ ਇੱਕ 16 ਸਾਲ ਦੇ ਲੜਕੇ ਨੇ ਆਪਣੀ ਪ੍ਰੇਮਿਕਾ ਦਾ ਕਤਲ ਕੇਵਲ ਇਸ ਲਈ ਕਰ ਦਿੱਤਾ ਕਿਉਂਕਿ ਉਸਨੇ ਆਪਣੇ ਬॉयਫ੍ਰੈਂਡ ਦੇ ਨਾਲ ਬ੍ਰੇਕਅਪ ਕਰਨ ਦੀ ਕੋਸ਼ਿਸ਼ ਕੀਤੀ। ਨਾਬਾਲਗ ਲੜਕੇ ਨੇ ਆਪਣੇ ਛੋਟੇ ਭਰਾ ਦੇ ਸਾਹਮਣੇ ਹੀ ਲੜਕੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਵੀਲਡ ਕਾਉਂਟੀ ਡਿਸਟ੍ਰਿਕਟ ਕੋਰਟ ਡਿਵੀਜ਼ਨ 17 ਦੇ ਮੁਤਾਬਕ ਜੋਵਨੀ ਸਿਰਾਊ ਨੇ ਇੱਕ ਬਾਲਗ ਦੀ ਤਰ੍ਹਾਂ ਆਪਣੀ ਪ੍ਰੇਮਿਕਾ ਦੇ ਕਤਲ ਦਾ ਦੋਸ਼ ਲੱਗਿਆ ਉਸ ਤੇ। ਜਾਣਕਾਰੀ ਦੇ ਮੁਤਾਬਕ ਜੋਵਨੀ ਦੀ ਪ੍ਰੇਮਿਕਾ ਲਿਲੀ ਸਿਲਵਾ ਲੋਪੋਸ ਕੇਵਲ 15 ਸਾਲ ਦੀ ਸੀ। ਰਿਪੋਰਟਾਂ ਦੇ ਮੁਤਾਬਕ 16 ਜੂਨ ਨੂੰ ਦੁਪਹਿਰ 3:45 ਤੇ ਮੁਲਜ਼ਮ ਨੂੰ ਡੈਨਵਰ ਦੇ ਗ੍ਰਿਲੇ ਵਿੱਚ ਲਿਲੀ ਦੇ ਟ੍ਰੇਲਰ ਪਾਰਕ ਦੇ ਘਰੋਂ ਤੇਜ਼ ਰਫ਼ਤਾਰ ਨਾਲ ਲੰਘਦੇ ਦੇਖਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਿਲੀ ਦੇ ਜਨਮ ਦਿਨ ਤੋਂ ਕਰੀਬ 5 ਦਿਨ ਪਹਿਲਾਂ ਜ਼ਵੋਨੀ ਨੇ ਖਿੜਕੀ ਰਾਹੀਂ ਜ਼ਬਰਦਸਤੀ ਉਸਦੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਡੈਨਵਰ 7 ਤੋਂ ਪ੍ਰਾਪਤ ਗ੍ਰਿਫਤਾਰੀਆਂ ਵੇਰਵਿਆਂ ਦੇ ਅਨੁਸਾਰ ਜਦੋਂ ਜ਼ਵੋਨੀ ਆਪਣੇ ਘਰ ਪਹੁੰਚੇ ਤਾਂ ਉਸ ਕੋਲ ਪਿਸਤੌਲ ਸੀ। ਪੁਲਿਸ ਨੇ ਜਦੋਂ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਲਿਲੀ ਦੀ ਲਾਸ਼ ਉਸਦੇ ਘਰ ਦੇ ਬੈੱਡਰੂਮ 'ਚ ਮਿਲੀ ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਕਾਤਲ ਉਸਦਾ ਫੋਨ ਵੀ ਚੁੱਕ ਕੇ ਲੈ ਗਿਆ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ 15 ਸਾਲਾ ਲਿਲੀ ਪਿਛਲੇ 6 ਮਹੀਨਿਆਂ ਤੋਂ 16 ਸਾਲਾ ਜਵਾਨੀ ਨੂੰ ਡੇਟ ਕਰ ਰਹੀ ਸੀ। ਇਸ ਦੌਰਾਨ ਉਹਨਾਂ ਵਿਚਾਲੇ ਖਟਾਸ ਵਧਣ ਲੱਗੀ ਅਤੇ ਲੜਕੀ ਨੇ ਉਸਦੇ ਨਾਲ ਸੰਬੰਧ ਤੋੜਨ ਬਾਰੇ ਸੋਚਿਆ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਗਵਾ ਦਿੱਤਾ। ਇਸ ਦੇ ਨਾਲ ਹੀ ਅਡਾਨੀ ਦੁਨੀਆ ਦੇ ਅਮੀਰਾਂ ਦੀ ਟੌਪ 20 ਸੂਚੀ ਤੋਂ ਬਾਹਰ ਹੋ ਗਏ। ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਹੋਣ ਦਾ ਗੌਤਮ ਅਡਾਨੀ ਦਾ ਰੁਤਬਾ ਚਾਈਨਾ ਦੇ ਜੌਂਗ ਨੇ ਖੋ ਲਿਆ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅਜੇ ਵੀ ਆਪਣੇ 13ਵੇਂ ਸਥਾਨ ਤੇ ਨੇ। ਬਲੂਮਬਰਗ ਬਿਲੀਨੀਅਰ ਇੰਡੈਕਸ ਦੀ ਤਾਜ਼ਾ ਸੂਚੀ ਦੇ ਵਿੱਚ ਐਲਨ ਮਸਕ ਪਹਿਲੇ ਸਥਾਨ ਤੇ ਨੇ। ਐਲਨ ਮਸਕ ਦੇ ਕੋਲ ਕੁੱਲ $234 ਬਿਲੀਅਨ ਦੀ ਜਾਇਦਾਦ ਹੈ ਅਤੇ ਇਸ ਸਾਲ ਹੁਣ ਤੱਕ ਐਲਨ ਮਸਕ ਦੀ ਸੰਪਤੀ ਦੇ ਵਿੱਚ 96.6 ਬਿਲੀਅਨ ਦਾ ਵਾਧਾ ਹੋਇਆ। ਬਰਨਾਰਡ ਅਰਨੌਟ ਜਿਸ ਦੀ ਕੁੱਲ ਜਾਇਦਾਦ 200 ਬਿਲੀਅਨ ਹੈ, ਇਸ ਸਾਲ ਹੁਣ ਤੱਕ ਉਹਨਾਂ ਨੇ ਕੁੱਲ 38.2 ਬਿਲੀਅਨ ਦੀ ਕਮਾਈ ਕੀਤੀ ਹੈ। ਤੀਜੇ ਸਥਾਨ ਤੇ ਜੈਫ ਬੇਜੋਸ ਨੇ ਜਿਨ੍ਹਾਂ ਦੇ ਕੋਲ 154 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਜੈਫ ਬੇਜੋਸ ਦੀ ਸੰਪਤੀ 47.4 ਅਰਬ ਡਾਲਰ ਦਾ ਉਸ ਵਿੱਚ ਵਾਧਾ ਹੋਇਆ। ਬਿਲ ਗੇਟਸ ਚੌਥੇ ਸਥਾਨ ਤੇ ਨੇ। ਇਸ ਸਾਲ ਬਿਲ ਗੇਟਸ ਦੀ ਸੰਪਤੀ 'ਚ 24.4 ਅਰਬ ਡਾਲਰ ਦਾ ਵਾਧਾ ਹੋਇਆ। ਬਿਲ ਗੇਟਸ ਦੀ ਕੁੱਲ ਜਾਇਦਾਦ 134 ਬਿਲੀਅਨ ਡਾਲਰ ਹੋ ਗਈ ਹੈ। 5ਵੇਂ ਦਰਜੇ ਦੇ ਲੈਰੀ ਐਲਿਸਨ ਹਲ। ਆਲਮੀ ਮੁੱਦਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਅਮਰੀਕਾ ਦੀ ਵਕਾਰੀ ਮੈਗਜ਼ੀਨ ਵਿਦੇਸ਼ ਨੀਤੀ ਨੇ ਪੱਛਮੀ ਏਸ਼ੀਆ 'ਚ ਭਾਰਤ ਦੀ ਮਜ਼ਬੂਤ ਸਥਿਤੀ ਦਾ ਜ਼ਿਕਰ ਕੀਤਾ। ਮੈਗਜ਼ੀਨ ਨੇ ਆਪਣੇ ਲੇਖ ਵਿੱਚ ਪਿਛਲੇ ਕੁਝ ਸਾਲਾਂ 'ਚ ਭਾਰਤ ਦੀ ਬਦਲਦੀ ਸਥਿਤੀ ਨੂੰ ਖੇਤਰ ਵਿੱਚ ਦਿਲਚਸਪ ਭੂ ਰਾਜਨੀਤਿਕ ਘਟਨਾਵਾਂ 'ਚੋਂ ਇੱਕ ਦੱਸਿਆ। ਲੇਖ ਵਿੱਚ ਇਜ਼ਰਾਈਲ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਖੇਤਰ ਦੇ ਪ੍ਰਮੁੱਖ ਦੇਸ਼ਾਂ ਦੇ ਨਾਲ ਭਾਰਤ ਦੇ ਡੂੰਘੇ ਹੁੰਦੇ ਸੰਬੰਧਾਂ ਨੂੰ ਉਜਾਗਰ ਕੀਤਾ ਗਿਆ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਦਾ ਉਭਾਰ ਇਹਨਾਂ ਦੇਸ਼ਾਂ ਦੀ ਇੱਛਾ ਨੂੰ ਦਰਸਾਉਂਦਾ ਹੈ ਅਤੇ ਕਾਫੀ ਹੱਦ ਤੱਕ ਉਹਨਾਂ ਦੀ ਬਦਲ ਰਹੀ ਇੰਟਰਨੈਸ਼ਨਲ ਵਿਵਸਥਾ ਅਤੇ ਨਵੇਂ ਬਹੁਧਰੂਵੀ ਸੰਸਾਰ ਦਾ ਫਾਇਦਾ ਉਠਾਉਣ ਦੀ ਉਤਸੁਕਤਾ ਨੂੰ ਦਰਸਾਉਂਦਾ ਹੈ। ਲੇਖਕ ਸਟੀਵਨ ਨੇ ਏ ਕੁੱਕ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਇਸ ਖੇਤਰ ਵਿੱਚ ਨਿਰਵਿਵਾਦ ਦਬਦਬਾ ਵਰਤਣ ਦੀ ਸਥਿਤੀ ਵਿੱਚ ਨਹੀਂ ਹੈ। ਨਾਲ ਹੀ ਜਦੋਂ ਤੱਕ ਭਾਰਤ ਵਿਸਥਾਰ ਦੇ ਰਾਹ ਤੇ ਹੈ, ਚਾਈਨਾ ਅਤੇ ਰੂਸ ਅਜਿਹਾ ਕਰਨ ਦੀ ਸਥਿਤੀ ਵਿੱਚ ਨਹੀਂ ਹੋਣਗੇ। ਕੁੱਕ ਨੇ 10 ਸਾਲ ਪਹਿਲਾਂ ਆਪਣੀ ਭਾਰਤ ਫੇਰੀ ਦੇ ਤਜਰਬਿਆਂ ਦੀ ਮੌਜੂਦਾ ਸਥਿਤੀ ਦੇ ਨਾਲ ਤੁਲਨਾ ਵੀ ਕੀਤੀ। ਉਹਨਾਂ ਨੇ ਕਿਹਾ ਕਿ ਉਸ ਸਮੇਂ ਭਾਰਤ ਹੈਰਾਨੀਜਨਕ ਤੌਰ ਤੇ ਪੱਛਮੀ ਏਸ਼ੀਆ 'ਚ ਕੋਈ ਵੱਡੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਨਹੀਂ ਸੀ, ਪਰ ਹੁਣ ਸਥਿਤੀ ਬਦਲ ਗਈ ਹੈ। ਲੇਖ ਵਿੱਚ ਸਾਊਦੀ ਅਰਬ ਅਤੇ UAE ਦੇ ਭਾਰਤ ਪ੍ਰਤੀ ਰਵੱਈਏ 'ਚ ਬਦਲਾਅ ਨੂੰ ਵੀ ਧਿਆਨ ਦੇਣ ਯੋਗ ਦੱਸਿਆ ਗਿਆ ਕਿਉਂਕਿ ਸਾਊਦੀ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਨੇੜੇ ਹੈ। ਉਹਨਾਂ ਨੇ ਭਾਰਤੀ ਕੰਪਨੀਆਂ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਕੀਤੇ ਜਾ ਰਹੇ ਨਿਵੇਸ਼ ਨੂੰ ਵੀ ਵੱਡੀਆਂ ਤਬਦੀਲੀਆਂ ਦੇ ਵਿੱਚ ਗਿਣਿਆ ਹੈ। ਜਦੋਂ ਤੋਂ ਚਾਈਨਾ ਅਤੇ ਤਾਇਵਾਨ ਦੇ ਵਿੱਚ ਟੈਂਸ਼ਨ ਸ਼ੁਰੂ ਹੋਈ ਹੈ, ਉਦੋਂ ਤੋਂ ਇਸ ਗੱਲ ਦਾ ਖਦਸ਼ਾ ਸੀ ਕਿ ਤਾਇਵਾਨੀ ਕੰਪਨੀਆਂ ਆਪਣੇ ਬਿਜ਼ਨਸ ਨੂੰ ਚਾਈਨਾ ਤੋਂ ਜਲਦ ਸਮੇਟ ਸਕਦੀਆਂ ਨੇ। ਇਸ ਗੱਲ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਅਮਰੀਕਾ ਨੇ ਤਾਇਵਾਨ ਨੂੰ ਸਪੋਰਟ ਕੀਤਾ।
ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਭਾਰਤ ਲਈ ਕਾਫੀ ਖੁਸ਼ੀ ਦੀ ਹੈ। ਅਸਲ ਵਿੱਚ ਤਾਈਵਾਨੀ ਸੈਮੀਕੰਡਕਟਰ ਕੰਪਨੀਆਂ ਭਾਰਤ ਵਿੱਚ ਪਲਾਂਟ ਲਾਉਣ ਦੇ ਲਈ ਸਪੇਸ ਦੀ ਤਲਾਸ਼ ਕਰ ਰਹੀਆਂ ਨੇ। ਉੱਥੇ ਦੂਜੇ ਪਾਸੇ ਭਾਰਤ ਵੀ ਤਾਈਵਾਨੀ ਸੈਮੀਕੰਡਕਟਰ ਕੰਪਨੀਆਂ ਲਈ ਰੈੱਡ ਕਾਰਪੋਰੇਟ ਵਿਛਾਉਣ ਨੂੰ ਤਿਆਰ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਵਿੱਚ ਲੱਖਾਂ ਨੌਕਰੀਆਂ ਤਾਂ ਜਨਰੇਟ ਹੋਣਗੀਆਂ ਹੀ, ਨਾਲ ਹੀ ਭਾਰਤ ਦੁਨੀਆ 'ਚ ਸੈਮੀਕੰਡਕਟਰ ਮੈਨੂਫੈਕਚਰਿੰਗ ਦੇ ਮਾਮਲੇ 'ਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣਨ ਵੱਲ ਹੋਰ ਹੋ ਜਾਏਗਾ। ਭਾਰਤ ਦੁਨੀਆ ਦੀ ਸਭ ਤੋਂ ਵੱਡੀ ਚਿਪ ਮੇਕਰ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ ਤੋਂ ਇਲਾਵਾ ਦੂਜੀਆਂ ਮੁੱਖ ਤਾਈਵਾਨ ਚਿਪ ਮੇਕਰ ਕੰਪਨੀਆਂ ਲਈ ਰੈੱਡ ਕਾਰਪੋਰੇਟ ਵਿਛਾਉਣ ਨੂੰ ਤਿਆਰ ਹੈ, ਜਿਨ੍ਹਾਂ ਦੇ ਗਾਹਕਾਂ 'ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਵੀ ਸ਼ਾਮਲ ਹੈ। ਸ਼ਿਆ ਨੇ ਕਿਉਂ ਨੇ ਕਿਹਾ ਕਿ ਗਲੋਬਲ ਸਪਲਾਈ ਚੇਨ ਰੀਸਟਰਕਚਰਿੰਗ ਅਤੇ China+1 ਸਟ੍ਰੈਟਜੀ ਦੇ ਲਾਰਜਰ ਕੰਟੈਕਸਟ ਦੇ ਨਾਲ ਮੈਨੂੰ ਭਰੋਸਾ ਹੈ ਕਿ ਅਸੀਂ ਸੈਮੀਕੰਡਕਟਰ ਅਤੇ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਇੰਡਸਟਰੀ ਦੇ ਖੇਤਰ 'ਚ ਦੋਵਾਂ ਪੱਖਾਂ ਵਿਚਕਾਰ ਸਹਿਯੋਗ 'ਚ ਤੇਜ਼ੀ ਨਾਲ ਦੇਖਾਂਗੇ। ਭਾਰਤੀ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਉਹ ਦੇਸ਼ ਵਿੱਚ ਨਸਲਵਾਦ ਦਾ ਸਾਹਮਣਾ ਕਰਦਿਆਂ ਵੱਟੇ ਹੋਏ ਨੇ। ਉੱਥੇ ਹੀ ਲਾਰਡਸ ਕ੍ਰਿਕਟ ਗਰਾਊਂਡ ਤੇ ਇੰਗਲੈਂਡ ਅਤੇ ਆਸਟ੍ਰੇਲੀਆ ਦਰਮਿਆਨ ਐਸ਼ੇਜ਼ ਲੜੀ ਦੇ ਟੈਸਟ ਮੈਚ ਦੇ ਚੌਥੇ ਦਿਨ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ। ਕ੍ਰਿਕਟ ਦੇ ਸ਼ੌਕੀਨ 43 ਸਾਲਾ ਸੁਨਕ ਦੀ BBC ਦੇ ਟੈਸਟ ਮੈਚ ਸਪੈਸ਼ਲ ਰੇਡੀਓ ਪ੍ਰੋਗਰਾਮ ਦੌਰਾਨ ਇੰਟਰਵਿਊ ਲਈ ਗਈ। ਇਸ ਦੌਰਾਨ ਜਦੋਂ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਵਿੱਚ ਵੱਡੀ ਪੱਧਰ ਤੇ ਡੂੰਘੀਆਂ ਜੜ੍ਹਾਂ ਜਮਾ ਚੁੱਕੇ ਨਸਲਵਾਦ, ਲਿੰਗ ਭੇਦ, ਕੁਲੀਨਵਾਦ ਆਦਿ ਬਾਰੇ ਜਾਰੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਖੁਦ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਕੀਤੇ ਜਾਣ ਤੋਂ ਇਨਕਾਰ ਕੀਤਾ। BBC ਦੇ ਕ੍ਰਿਕਟ ਸੰਵਾਦਦਾਤਾ ਜੋਨਾਥਨ ਦੇ ਸਵਾਲ ਦਾ ਜਵਾਬ ਦਿੰਦਿਆਂ ਸੁਨਕ ਨੇ ਕਿਹਾ, ਮੈਨੂੰ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਨਹੀਂ ਕਰਨਾ ਪਿਆ। ਬੇਸ਼ੱਕ ਮੈਂ ਵੱਡੇ ਹੁੰਦਿਆਂ ਜ਼ਿੰਦਗੀ ਵਿੱਚ ਇਸ ਦਾ ਸਾਹਮਣਾ ਕੀਤਾ। ਉਹਨਾਂ ਨੇ ਕਿਹਾ, ਤੁਹਾਨੂੰ ਬਹੁਤ ਹੀ ਗੰਭੀਰ ਢੰਗ ਦੇ ਨਾਲ ਪ੍ਰਭਾਵਿਤ ਕਰਦਾ ਹੈ। ਮੇਰਾ ਪੇਸ਼ਾ ਅਜਿਹਾ ਹੈ ਜਿੱਥੇ ਮੈਨੂੰ ਹਰ ਰੋਜ਼ ਹਰ ਘੰਟੇ ਪੈਰ ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਨਸਲਵਾਦ ਤੁਹਾਨੂੰ ਝੰਜੋੜ ਦਿੰਦਾ ਹੈ। ਇਸ ਨਾਲ ਬਹੁਤ ਤਕਲੀਫ ਹੁੰਦੀ ਹੈ। ਫਰਾਂਸ ਵਿੱਚ ਇੱਕ 17 ਸਾਲਾ ਲੜਕੇ ਦਾ ਪੁਲਿਸ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਾ ਜਾਰੀ ਹੈ। ਇਸ ਹਿੰਸਾ ਨੂੰ ਰੋਕਣ ਦੇ ਲਈ 45,000 ਸੈਨਿਕ ਸੜਕਾਂ ਤੇ ਤਾਇਨਾਤ ਕੀਤੇ ਗਏ ਨੇ, ਪਰ ਪ੍ਰਦਰਸ਼ਨ ਰੋਕਣ ਦੇ ਵਿੱਚ ਕਾਮਯਾਬੀ ਨਹੀਂ ਮਿਲ ਰਹੀ। ਇਸ ਦੌਰਾਨ ਹਿੰਸਾ ਦੀ ਲਗਾਤਾਰ 5ਵੀਂ ਰਾਤ ਨੂੰ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪੈਰਿਸ ਦੇ ਦੱਖਣ ਵਿੱਚ ਇੱਕ ਸ਼ਹਿਰ ਦੇ ਮੇਅਰ ਦੇ ਘਰ ਤੇ ਧਾਵਾ ਬੋਲ ਦਿੱਤਾ। ਇਸ ਦੌਰਾਨ ਦੰਗਾਕਾਰੀਆਂ ਨੇ ਮੇਅਰ ਦੇ ਘਰ ਵਿੱਚ ਇੱਕ ਕਾਰ ਦਾਖਲ ਕਰ ਦਿੱਤੀ ਅਤੇ ਉਸ ਨੂੰ ਅੱਗ ਲਾ ਦਿੱਤੀ। ਇਸ ਘਟਨਾ ਦੇ ਵਿੱਚ ਮੇਅਰ ਦੀ ਪਤਨੀ ਅਤੇ ਉਹਨਾਂ ਦਾ ਇੱਕ ਬੱਚਾ ਜ਼ਖਮੀ ਹੋ ਗਿਆ। ਇਹ ਜਾਣਕਾਰੀ ਮੇਅਰ ਵਿਨਸੈਂਟ ਜੀਨ ਬਰੂਨ ਨੇ ਦਿੱਤੀ ਹੈ। ਮੇਅਰ ਨੇ ਟਵੀਟ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਤੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਇਆ। ਮੇਅਰ ਵਿਨਸੈਂਟ ਨੇ ਕਿਹਾ ਕਿ ਦੰਗਾਕਾਰੀਆਂ ਨੇ ਅੱਗ ਲਗਾਉਣ ਤੋਂ ਪਹਿਲਾਂ ਉਹਨਾਂ ਦੇ ਘਰ ਵਿੱਚ ਇੱਕ ਕਾਰ ਦਾਖਲ ਕੀਤੀ। ਉਸ ਸਮੇਂ ਪਰਿਵਾਰਕ ਮੈਂਬਰ ਸੁੱਤੇ ਹੋਏ ਸੀ। ਮੇਅਰ ਨੇ ਕਿਹਾ ਕਿ ਉਹਨਾਂ ਦੀ ਪਤਨੀ ਅਤੇ ਇੱਕ ਬੱਚਾ ਜ਼ਖਮੀ ਹੋ ਗਏ। ਉਹਨਾਂ ਦੇ ਪਰਿਵਾਰ ਦੇ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਬੇਰਹਿਮੀ ਦੇ ਨਾਲ ਹੱਤਿਆ ਦੀ ਕੋਸ਼ਿਸ਼ ਸੀ। ਦੱਸ ਦਈਏ ਕਿ 27 ਜੂਨ ਨੂੰ ਸਵੇਰੇ 9 ਵਜੇ ਟ੍ਰੈਫਿਕ ਚੈਕਿੰਗ ਦੇ ਦੌਰਾਨ 17 ਸਾਲਾ ਨਾਹੇਲ ਨਾਂ ਦੇ ਲੜਕੇ ਨੂੰ ਫਰਾਂਸ ਦੀ ਪੁਲਿਸ ਨੇ ਗੋਲੀ ਮਾਰੀ। ਇਸ ਹਾਦਸੇ ਸੰਬੰਧੀ ਪੁਲਿਸ ਵੱਲੋਂ ਕੀਤਾ ਦਾਅਵਾ ਝੂਠਾ ਸਾਬਤ ਹੋਇਆ। ਇਸ ਘਟਨਾ ਤੋਂ ਬਾਅਦ ਫਰਾਂਸ ਵਿੱਚ ਦੰਗੇ ਹੋ ਰਹੇ ਨੇ। ਪੀੜਤ ਪਰਿਵਾਰ ਦੇ ਵਕੀਲ ਦੇ ਮੁਤਾਬਕ ਨਾਹੇਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਨੇ ਦੇਸ਼ ਵਿੱਚ ਅਸ਼ਾਂਤੀ ਦੇ ਵਿਚਕਾਰ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਆਪਣੀ ਜਿਹੜੀ ਯਾਤਰਾ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਸੀ। ਸ਼ਨੀਚਰਵਾਰ ਰਾਤ ਨੂੰ ਮਿਸੀਸਾਗਾ ਵਿੱਚ ਵਾਪਰੀ ਸ਼ੂਟਿੰਗ ਦੀ ਘਟਨਾ 'ਚ 4 ਵਿਅਕਤੀ ਜ਼ਖਮੀ ਹੋ ਗਏ ਤੇ ਪੁਲਿਸ ਦੇ ਵੱਲੋਂ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚਕਾਰਾਂ ਨੂੰ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਦੇ ਕੇ ਸ਼ਾਮੀ 8:30 ਵਜੇ ਦੇ ਨੇੜੇ-ਤੇੜੇ ਸਟੈਨਫੀਲਡ ਰੋਡ ਦੇ ਪੂਰਬ ਵਿੱਚ ਕੁਈਨਜ਼ਵੇ ਈਸਟ ਉੱਤੇ ਸਥਿਤ ਇੰਡਸਟਰੀਅਲ ਕੰਪਲੈਕਸ ਵਿੱਚ ਸੱਦਿਆ ਗਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਹਨਾਂ ਨੂੰ 3 ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ 'ਚ ਮਿਲੇ। ਉਹਨਾਂ ਨੂੰ ਨੇੜਲੇ ਟਰਾਮਾ ਸੈਂਟਰ ਲਿਜਾਇਆ ਗਿਆ। ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਜਦੋਂ ਕਿ ਹੋਰਨਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਚੌਥਾ ਵਿਅਕਤੀ ਗੋਲੀ ਲੱਗਣ ਕਾਰਨ ਆਪ ਹੀ ਲੋਕਲ ਹਸਪੀਟਲ ਇਲਾਜ ਲਈ ਜਾ ਪਹੁੰਚਿਆ। ਉਸ ਦੀ ਹਾਲਤ ਵੀ ਸਥਿਰ ਦੱਸੀ ਜਾਂਦੀ ਹੈ। ਪੁਲਿਸ ਵੱਲੋਂ ਹਾਸਲ ਕੀਤੀ ਗਈ ਵੀਡੀਓ ਫੁਟੇਜ ਤੋਂ ਘਟਨਾ ਵਾਲੀ ਥਾਂ ਉੱਤੇ ਇੱਕ ਚਿੱਟੇ ਰੰਗ ਦਾ ਰੈਮ 1500 ਪਿਕਅਪ ਟਰੱਕ ਨਜ਼ਰ ਆ ਰਿਹਾ। ਉਸ ਨੂੰ ਮੌਕੇ ਤੇ ਤੇਜ਼ੀ ਨਾਲ ਜਾਂਦਿਆਂ ਵੇਖਿਆ ਗਿਆ। ਬਾਅਦ ਵਿੱਚ ਉਹ ਕੈਲੰਡਨ ਤੋਂ ਮਿਲ ਗਿਆ ਤੇ ਪੁਲਿਸ ਨੇ ਦੱਸਿਆ ਕਿ ਉਹ ਖਾਲੀ ਸੀ। ਹਾਲ ਦੀ ਘੜੀ ਕਿਸੇ ਮਸ਼ਕੂਕ ਸੰਬੰਧੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ, ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਪੂਰੀ ਪਲੈਨਿੰਗ ਦੇ ਨਾਲ ਕੀਤਾ ਗਿਆ ਤੇ ਆਮ ਜਨਤਾ ਨੂੰ ਇਸ ਦੇ ਨਾਲ ਕੋਈ ਖਤਰਾ ਨਹੀਂ ਹੈ।
ਕੈਨੇਡਾ ਰੈਵਨਿਊ ਏਜੰਸੀ ਵੱਲੋਂ ਯੋਗ ਕੈਨੇਡੀਅਨਸ ਨੂੰ 5 ਜੁਲਾਈ ਨੂੰ ਗ੍ਰੋਸਰੀ ਰਿਬੇਟ ਅਦਾਇਗੀ ਕੀਤੀ ਜਾ ਰਹੀ ਹੈ। ਇਸ ਦਾ ਵਾਅਦਾ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕੀਤਾ ਗਿਆ ਸੀ। ਪਾਰਲੀਮੈਂਟ ਵੱਲੋਂ ਕਈ ਮਹੀਨੇ ਪਹਿਲਾਂ ਇੱਕ ਮੁਸ਼ਤ ਦਿੱਤੇ ਜਾਣ ਵਾਲੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਬੁੱਧਵਾਰ ਨੂੰ ਪੇਮੈਂਟਸ ਕੈਨੇਡੀਅਨਸ ਦੇ ਬੈਂਕ ਖਾਤਿਆਂ 'ਚ ਜਮ੍ਹਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਅਦਾਇਗੀ CST HST ਟੈਕਸ ਕ੍ਰੈਡਿਟ ਸਿਸਟਮ ਰਾਹੀਂ ਜਾਰੀ ਕੀਤੀ ਜਾਏਗੀ ਤੇ ਇਹ ਨਿਯਮਿਤ ਕੁਆਰਟਰਲੀ UST HST ਅਦਾਇਗੀਆਂ ਦੇ ਨਾਲ ਹੀ ਹੋਏਗੀ। ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਹਿੰਗਾਈ ਵੱਧ ਜਾਣ ਕਾਰਨ ਹੀ ਸਰਕਾਰ ਨੂੰ ਇਹ ਫੈਸਲਾ ਕਰਨਾ ਪਿਆ। ਜਿਨ੍ਹਾਂ ਵਿਅਕਤੀਆਂ ਤੇ ਪਰਿਵਾਰਾਂ ਵੱਲੋਂ ਆਪਣੀ ਤਾਜ਼ਾ ਟੈਕਸ ਰਿਟਰਨ ਭਰਵਾਈ ਗਈ ਹੋਏਗੀ ਉਹਨਾਂ ਨੂੰ ਹੀ ਇਹ ਛੋਟ ਦਿੱਤੀ ਜਾਏਗੀ। ਇਹ ਛੋਟ ਜਨਵਰੀ 2023 ਲਈ ਮਿਲੇਗੀ। ਇਹ ਰਕਮ ਹਰੇਕ ਪਰਿਵਾਰ ਦੇ ਹਾਲਾਤ ਨੂੰ ਧਿਆਨ ਵਿੱਚ ਰੱਖ ਤੇ ਪਰਿਵਾਰਕ ਆਮਦਨ ਨੂੰ ਧਿਆਨ ਵਿੱਚ ਰੱਖ ਕੇ ਹੀ ਦਿੱਤੀ ਜਾ ਰਹੀ ਹੈ। ਮੌਂਟਰੀਅਲ ਤੋਂ 70 ਕਿਲੋਮੀਟਰ ਦੱਖਣ ਪੱਛਮ ਵੱਲ ਹਾਈਵੇ 20 ਉੱਤੇ ਹੈਵੀ ਟਰੱਕ ਤੇ ਗੱਡੀ ਦੀ ਟੱਕਰ ਦੇ ਵਿੱਚ 10 ਸਾਲਾ ਬੱਚੀ ਦੀ ਮੌਤ ਹੋ ਗਈ। ਉਹ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ 3 ਬੱਚਿਆਂ ਤੇ 2 ਬਾਲਗਾਂ ਵਿੱਚੋਂ ਇੱਕ ਸੀ। ਬਾਕੀ ਸਾਰੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਵਿੱਚ ਨੇ ਤੇ ਉਹਨਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਸਵੇਰੇ 10:45 ਦੇ ਨੇੜੇ-ਤੇੜੇ ਫਰਸਟ ਰਿਸਪੌਂਡਰਸ ਨੂੰ ਸੈਂਟ ਜ਼ੋਟਿਕ ਕਿਊਬੈਕ ਨੇੜੇ ਸੱਦਿਆ ਗਿਆ। ਪ੍ਰੋਵਿੰਸ਼ੀਅਲ ਪੁਲਿਸ ਦੇ ਅਨੁਸਾਰ ਇੱਕ ਹੈਵੀ ਟਰੱਕ ਗੱਡੀ ਨਾਲ ਟਕਰਾ ਗਿਆ। ਗੱਡੀ ਵਿੱਚ 5 ਲੋਕ ਸਵਾਰ ਸਨ। ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ। ਦਿਨ ਵੇਲੇ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ਉੱਤੇ ਇੱਕ ਹੋਰ ਡਰਾਈਵਰ ਗੱਡੀ ਤੋਂ ਆਪਣਾ ਕੰਟਰੋਲ ਗੁਆ ਬੈਠਾ। ਉਸ ਹਾਦਸੇ ਕਾਰਨ ਟ੍ਰੈਫਿਕ ਦੀ ਰਫ਼ਤਾਰ ਕਾਫੀ ਮੱਠੀ ਪੈ ਗਈ। ਪੁਲਿਸ ਨੇ ਆਖਿਆ ਹੋ ਸਕਦਾ ਹੈ ਕਿ ਇਸ ਕਰਕੇ ਹੀ ਇੱਕ ਘਾਤਕ ਹਾਦਸਾ ਹੋਇਆ ਹੋਵੇ। ਪੁਲਿਸ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਦੇ ਅਨੁਸਾਰ ਹੈਵੀ ਟਰੱਕ ਦਾ ਡਰਾਈਵਰ ਸਮਾਂ ਰਹਿੰਦਿਆਂ ਟਰੱਕ ਨੂੰ ਰੋਕ ਨਹੀਂ ਸਕਿਆ ਤੇ ਇਸ ਦੇ ਲਈ ਹਾਦਸਾ ਵਾਪਰਿਆ। ਹਾਲ ਦੀ ਘੜੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਬਰੈਂਪਟਨ ਵਿੱਚ ਬੋਵੇਡ ਡਰਾਈਵ ਤੇ ਸਨੀਵਿਲੇ ਗੇਟ ਵਿੱਚ ਰੈਜ਼ੀਡੈਂਸ਼ੀਅਲ ਯੂਨਿਟ ਦੇ ਵਿੱਚ ਅੱਗ ਲੱਗ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸਨੀਵੇਲ ਗੇਟ ਨੇੜੇ ਪੈਨੀ ਰਾਇਲ ਕ੍ਰੀਸੈਂਟ ਉੱਤੇ ਸਥਿਤ ਘਰ ਦੀ ਬੇਸਮੈਂਟ 'ਚ ਅੱਗ ਲੱਗਣ ਤੋਂ ਬਾਅਦ ਰਾਤੀ 2:01 ਤੇ ਪੀਲ ਪੁਲਿਸ ਨੂੰ ਸੱਦਿਆ ਗਿਆ। ਪੈਰਾਮੈਡਿਕਸ ਨੇ ਮੌਕੇ ਉੱਤੇ ਪਹੁੰਚ ਕੇ ਇੱਕ ਵਿਅਕਤੀ ਜਿਸ ਦੀ ਹਾਲਤ ਗੰਭੀਰ ਸੀ ਨੂੰ ਲੋਕਲ ਹਸਪੀਟਲ ਭੇਜਿਆ, ਪਰ ਕਿਸੇ ਹੋਰ ਦਾ ਮੌਕੇ ਉੱਤੇ ਇਲਾਜ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਹੋਰ ਨੂੰ ਹਸਪੀਟਲ ਲਈ ਭੇਜਿਆ ਗਿਆ। ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਦੋਂ ਤੱਕ ਖਬਰ ਲਿਖੀ ਗਈ ਸੀ ਉਦੋਂ ਤੱਕ ਜਾਰੀ ਸਨ। ਬਾਅਦ ਵਿੱਚ ਕਾਬੂ ਪਾ ਲਿਆ ਗਿਆ ਸੀ। ਜਾਂਚਕਾਰਾਂ ਵੱਲੋਂ ਅਜਿਹੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਜਾਣਬੁੱਝ ਕੇ ਡਾਊਨਟਾਊਨ ਦੇ ਵਿੱਚ ਇੱਕ ਸਾਈਡ ਵਾਕ ਉੱਤੇ ਵਿਅਕਤੀ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਇਸ ਸ਼ਖਸ ਦੀ ਲੜਾਈ ਹੋਈ ਸੀ। ਪੁਲਿਸ ਦੇ ਅਨੁਸਾਰ ਅਧਿਕਾਰੀਆਂ ਨੂੰ ਮੰਗਲਵਾਰ ਰਾਤੀ 11:30 ਵਜੇ ਲੋਅਰ ਸਿਮਕੋ ਸਟਰੀਟ ਤੇ ਬ੍ਰਾਮਨਰ ਬੁਲੇਵਾਰਡ ਇਲਾਕੇ 'ਚ ਸੱਦਿਆ ਗਿਆ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸ਼ਖਸ ਮੌਕੇ ਉੱਤੇ ਵੀ ਨਹੀਂ ਰੁਕਿਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਉਸਨੇ ਇੱਕ ਵਿਅਕਤੀ ਨਾਲ ਲੜਾਈ ਕੀਤੀ ਤੇ ਫਿਰ ਪਿਕਅਪ ਟਰੱਕ ਵਿੱਚ ਬੈਠ ਕੇ ਸਾਈਡ ਵਾਕ ਉੱਤੇ ਤੁਰੇ ਜਾ ਰਹੇ ਉਸੇ ਵਿਅਕਤੀ ਨੂੰ ਪਿੱਛੋਂ ਜਾ ਕੇ ਟੱਕਰ ਮਾਰ ਦਿੱਤੀ। ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਉਸਨੇ ਇੱਕ ਵਾਰੀ ਮੁੜ ਗੱਡੀ ਤੇਜ਼ੀ ਨਾਲ ਸਾਈਡ ਵਾਕ ਵੱਲ ਲਿਆਂਦੀ ਪਰ ਫਿਰ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਇਆ ਤੇਜ਼ੀ ਨਾਲ ਉੱਥੋਂ ਚਲਾ ਗਿਆ। ਜ਼ਖਮੀ ਵਿਅਕਤੀ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਉਸ ਸੰਬੰਧੀ ਜਾਰੀ ਕੀਤੇ ਗਏ ਵੇਰਵੇ ਦੇ ਅਨੁਸਾਰ ਉਸ ਦਾ ਕੱਦ 5 ਫੁੱਟ 8 ਇੰਚ ਦੇ ਨੇੜੇ ਤੇੜੇ ਤੇ ਘੁੰਗਰਾਲੇ ਵਾਲ ਨੇ। ਉਸ ਦੇ ਕੋਲ ਹਾਦਸੇ ਨੂੰ ਅੰਜਾਮ ਦੇਣ ਸਮੇਂ 2002 ਮਾਡਲ ਦੀ ਫੋਰਡ ਐਕਸਪਲੋਰਰ ਸਪੋਰਟ ਟਰੈਕ ਗੱਡੀ ਸੀ ਜਿਸ ਉੱਤੇ ਓਨਟਾਰੀਓ ਦੀ ਨੰਬਰ ਪਲੇਟ ਵੀ ਲੱਗੀ ਹੋਈ ਸੀ। ਪਾਕਿਸਤਾਨੀ ਪੰਜਾਬ ਦੇ ਸਰਾਏ ਆਲਮਗੀਰ ਦੇ 4 ਹੋਰ ਲੋਕਾਂ ਦੀ ਗ੍ਰੀਸ ਵਿੱਚ ਕਿਸ਼ਤੀ ਹਾਦਸੇ ਵਿੱਚ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਸਾਰੇ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਆਲਮਗੀਰ 'ਚ ਮਾਰੇ ਗਏ 4 ਲੋਕਾਂ ਦੀ ਪਛਾਣ ਸ਼ਬੀਰ ਅਹਿਮਦ, ਸ਼ੋਇਬ ਬੇਗ, ਅਸਦ ਬੇਗ ਅਤੇ ਮਿਰਜ਼ਾ ਮੁਬੀਨ ਵਜੋਂ ਹੋਈ ਹੈ। ਚਾਰੇ ਦੋਸਤ ਨੇ ਦਰਅਸਲ 14 ਜੂਨ ਨੂੰ ਪਾਕਿਸਤਾਨ, ਸੀਰੀਆ ਅਤੇ ਮਿਸਰ ਦੇ ਕਰੀਬ 750 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਤੋਂ ਇਲਾਵਾ ਸਿਆਲਕੋਟ ਦੇ 12 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। ਜਿਸ ਸਮੇਂ ਕਿਸ਼ਤੀ ਪਲਟੀ ਉਸ ਸਮੇਂ ਇਸ ਵਿੱਚ 750 ਲੋਕ ਸਵਾਰ ਸੀ ਜਿਨ੍ਹਾਂ ਚੋਂ 104 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਤੇ 82 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨੁੱਲਾ ਨੇ 30 ਜੂਨ ਨੂੰ ਨੈਸ਼ਨਲ ਅਸੈਂਬਲੀ 'ਚ ਟਿੱਪਣੀ ਕੀਤੀ ਸੀਗੀ ਕਿ ਗ੍ਰੀਸ ਵਿੱਚ ਕਿਸ਼ਤੀ ਪਲਟਣ ਦੇ ਨਾਲ ਪਾਕਿਸਤਾਨ 'ਚ ਕਈ ਲੋਕ ਮਾਰੇ ਗਏ ਅਤੇ ਹੁਣ ਤੱਕ 82 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਫੋਰੈਂਸਿਕ ਟੀਮ ਜਾਂਚ ਕਰ ਰਹੀ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਪਿਛਲੇ ਹਫਤੇ ਗ੍ਰੀਸ ਵਿੱਚ ਹੋਈ ਕਿਸ਼ਤੀ ਹਾਦਸੇ 'ਚ ਸੰਬੰਧ 'ਚ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਸਨੇ 5 ਲੋਕਾਂ ਨੂੰ ਗ੍ਰੀਸ ਭੇਜਣ ਦੇ ਲਈ 22 ਲੱਖ ਰੁਪਏ ਵਸੂਲੇ ਸੀ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਮੌਜ਼ਮ ਰਿਆਜ਼ ਅਤੇ ਅਦਨਾਨ ਅਨਵਰ ਵਜੋਂ ਹੋਈ ਹੈ। ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿੱਚ ਜੁਟੀ ਹੋਈ ਹੈ, ਜਿਸ ਨੂੰ ਲੈ ਕੇ ਭਾਜਪਾ ਸੂਬੇ ਵਿੱਚ ਵੱਡੇ ਫੇਰ-ਬਦਲ ਕਰ ਸਕਦੀ ਹੈ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਪੰਜਾਬ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਨੇ। ਪੰਜਾਬ ਦੇ ਵਿੱਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦੇ ਇੱਕ ਸਾਂਝੇ ਚਿਹਰੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਲਗਾਤਾਰ ਅਜਿਹੇ ਚਿਹਰਿਆਂ ਦੀ ਭਾਲ 'ਚ ਜੁਟੀ ਹੋਈ ਹੈ ਜੋ ਸ਼ਹਿਰ ਤੇ ਪਿੰਡ ਵਿੱਚ ਸਾਂਝੇ ਰੂਪ ਨਾਲ ਪ੍ਰਭਾਵ ਰੱਖਦੇ ਹੋਣ। ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਨਾ ਕੇਵਲ ਪਿੰਡ 'ਚ ਜੁੜੇ ਨੇ ਬਲਕਿ ਸ਼ਹਿਰਾਂ 'ਚ ਵੀ ਚੰਗੀ ਤਰ੍ਹਾਂ ਪਕੜ ਰੱਖਦੇ ਨੇ। ਇਹੀ ਕਾਰਨ ਹੈ ਕਿ ਭਾਜਪਾ ਪੰਜਾਬ ਵਿੱਚ ਜਾਖੜ ਦੇ ਨਾਮ ਤੇ ਵੱਡਾ ਦਾਅ ਖੇਡਣ ਜਾ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।